ਤੇ ਇਹਨਾਂ ਦੀ ਉਮਰ ਇਸ ਟਾਈਮ 60 ਸਾਲ ਹੈਗੀ ਆ ਤੇ ਜਿਹੜੀ ਇਹਨਾਂ ਦਾ ਹਾਈਟ ਹੈਗੀ ਆ ਉਹ 5 ਫੁੱਟ 5 ਇੰਚ ਹੈ ਔਰ weight ਇਸ ਟਾਈਮ ਇਹਨਾਂ ਦਾ 55 ਕਿਲੋ ਦੇ ਕਰੀਬ ਹੈਗਾ ਆ। ਅੱਜ ਤੋਂ ਪਹਿਲਾਂ ਸੁਖਵੰਤ ਕੌਰ ਜੀ ਨੂੰ ਬਹੁਤ ਸਾਰੀਆਂ ਪ੍ਰੋਬਲਮ ਸੀਗੀਆਂ, ਜਿਵੇਂ ਕਿ ਬਲੱਡ ਸੰਘਣਾ ਹੋਣਾ, ਇੱਕ ਦੋ ਵਾਰ ਵਿੱਚ ਮਿਰਗੀ ਦੀ ਪ੍ਰੋਬਲਮ ਆਈ ਹੈਗੀ ਆ ਤੇ ਐਸਿਡ ਫਾਰਮੇਸ਼ਨ ਬਹੁਤ ਜ਼ਿਆਦਾ ਸੀ, ਜਿਹਦੀ ਵਜ੍ਹਾ ਨਾਲ ਇਹਨਾਂ ਨੇ ਬਹੁਤ ਸਾਰੀਆਂ ਦਵਾਈਆਂ ਵੀ ਖਾਧੀਆਂ ਹੈਗੀਆਂ ਬਟ ਉਹਨਾਂ ਨੇ ਰਿਐਕਸ਼ਨ ਤੋਂ ਇਲਾਵਾ ਇਹਨਾਂ ਨੂੰ ਕੁਝ ਵੀ ਰਿਜ਼ਲਟ ਨਹੀਂ ਦਿੱਤੇ ਹੈਗੇ। ਤੇ ਇਹਨਾਂ ਦਾ ਜਿਹੜਾ ਇਹ ਜਲੰਧਰ ਤੋਂ ਹੈ ਸਾਡੇ ਨਾਲ ਜੁੜੇ ਅੱਜ। ਇਹਨਾਂ ਦਾ ਜਿਹੜਾ ਹੈਗਾ ਰਾਮਾ ਮੰਡੀ ਵਿਖੇ ਤਲਣ ਰੋਡ ਤੇ ਢਿਲਵਾਂ ਤਲਣ ਰੋਡ ਤੋਂ ਇਹ ਸਾਡੇ ਨਾਲ ਵਸਨੀਕ ਹੈਗੇ ਆ ਤੇ ਅੱਜ ਅਸੀਂ ਇਹਨਾਂ ਦੇ ਨਾਲ ਜੁੜੇ ਹੈਗੇ ਆ ਤਾਂ ਕਿ ਆਪਾਂ ਇਹਨਾਂ ਦਾ ਐਕਸਪੀਰੀਅੰਸ ਤਜਰਬਾ ਨੈਚੁਰੋਪੈਥੀ ਨਾਲ ਜੁੜਨ ਦਾ ਕੀ ਇਹਨਾਂ ਦਾ ਐਕਸਪੀਰੀਅੰਸ ਹੈਗਾ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੇ ਅੱਜ ਤੱਕ ਇਸ ਚੀਜ਼ ਦੇ ਨਾਲ ਜੁੜ ਕੇ ਕੀ ਰਿਜ਼ਲਟਸ ਲਏ ਹੈਗੇ ਆ ਔਰ ਕਿਹੜੀਆਂ ਚੀਜ਼ਾਂ ਇਹਨਾਂ ਨੇ ਆਪਣੀ ਦਿਨਚਰਿਆ ਦੇ ਵਿੱਚ ਜਿਹੜੀਆਂ ਰੈਗੂਲੇਟ ਕੀਤੀਆਂ ਜਿਹਦੀ ਵਜ੍ਹਾ ਨਾਲ ਅੱਜ ਇਹਨਾਂ ਦੀ ਐਸਿਡ ਫਾਰਮੇਸ਼ਨ ਬੰਨੀ ਬੰਦ ਹੋ ਗਈ ਆ, ਮਿਰਗੀ ਦੀਆਂ ਪ੍ਰੋਬਲਮ, ਨਰਵਸ ਪ੍ਰੋਬਲਮ ਔਰ ਬਹੁਤ ਸਾਰੀਆਂ ਮਲਟੀ ਪ੍ਰੋਬਲਮਸ ਤੋਂ ਇਹ ਠੀਕ ਹੈਗੇ ਆ। ਤੇ ਆਓ ਆਪਾਂ ਜਾਣਦੇ ਹਾਂ। ਹਾਂਜੀ ਸੁਖਵੰਤ ਕੌਰ ਜੀ, ਵੈਲਕਮ ਜੀ। ਸੁਖਵੰਤ ਕੌਰ ਜੀ ਦੱਸੋ ਕਿਵੇਂ ਤੁਹਾਡਾ ਪਹਿਲਾਂ ਤੇ ਕੀ ਐਕਸਪੀਰੀਅੰਸ ਸੀ, ਠੀਕ ਹੈ, ਕੀ ਪ੍ਰੋਬਲਮਸ ਆਈਆਂ ਤੁਹਾਨੂੰ ਤੇ ਕਿਹੜੀਆਂ ਤੁਸੀਂ ਅੱਜ ਤੱਕ ਦਵਾਈਆਂ ਖਾਧੀਆਂ ਹੈਗੀਆਂ ਤੇ ਉਹਨਾਂ ਨੇ ਤੁਹਾਨੂੰ ਕੀ ਤਜਰਬਾ ਦਿੱਤਾ ਹੈਗਾ ਤੇ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝੇ ਕਰੋ ਆਪਣੇ ਜਿਹੜੇ ਵੀ ਤੁਹਾਡੇ ਹੈਗੇ ਆ ਵਰਡਸ। ਹਾਂਜੀ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ, ਠੀਕ ਹੈ। ਮੇਰੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਅੱਜ ਤੋਂ ਮਤਲਬ 30-35 ਸਾਲ ਪਹਿਲਾਂ ਦੀ ਜਿੱਦਾਂ ਮੈਂ ਬਲੱਡ ਸੰਘਣਾ ਹੁੰਦਾ ਸੀ ਮੈਂ ਉਹ ਮੈਡੀਸਨ ਖਾਂਦੀ ਸੀ ਪਹਿਲਾਂ ਜੀ, ਜਿਹਦੇ ਨਾਲ ਕਿ ਮੈਨੂੰ ਉਹ ਵੀ ਰਿਐਕਸ਼ਨ ਹੋਣਾ ਸ਼ੁਰੂ ਹੋ ਗਿਆ ਜੀ, ਠੀਕ ਹੈ। ਤੇ ਉਸ ਤੋਂ ਬਾਅਦ ਫਿਰ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਰੈਗੂਲਰ ਰੱਖਣੀ ਪੈਣੀ ਮੈਡੀਸਨ ਜਿੰਨੀ ਹੈ ਸਾਰੀ ਉਮਰ ਤੁਹਾਨੂੰ ਮੈਡੀਸਨ ਖਾਣੀ ਪਊਗੀ, ਪਰ ਮੈਂ ਆਪਣਾ ਥੋੜ੍ਹਾ ਜਿਹਾ ਐਕਸਰਸਾਈਜ਼ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਜੀ, ਠੀਕ ਹੈ। ਤੇ ਹੌਲੀ ਹੌਲੀ ਮੈਡੀਸਨ ਨੇ ਉਹ ਆਪਣੀਆਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਮੈਂ ਥੋੜ੍ਹਾ ਜਿਹਾ ਮਤਲਬ ਕਿ ਜਿੱਦਾਂ ਐਲੋਵੇਰਾ ਵਗੈਰਾ ਪੀਣੀ ਨਾਲ ਸ਼ੁਰੂ ਕੀਤੀ, ਜਿਹਦੇ ਨਾਲ ਫਿਰ ਨਾਲ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਮੈਂ ਜਿਹੜੀਆਂ ਤੁਹਾਡੇ ਰਿਲੇਟਡ ਮੈਡੀਸਨ ਵਗੈਰਾ ਤੁਹਾਡੇ ਕੈਂਪ ਲੱਗੇ, ਕੈਂਪ 'ਚ ਜਾਣਾ ਸ਼ੁਰੂ ਕੀਤਾ ਤੇ ਉਹ ਤੁਹਾਡੇ ਕੈਂਪ ਦੇ ਵਿੱਚ ਜੋ ਮੈਨੂੰ ਤੁਸੀਂ ਸਿਲੈਕਸ਼ਨ ਕੀਤਾ ਜੀ ਤੇ ਉਸ ਵਾਸਤੇ ਫਿਰ ਮੈਂ ਨਾਲ ਜੋ ਤੁਸੀਂ ਕਾੜੇ ਜਾਂ ਕੁਛ ਮੈਨੂੰ ਜਿਹੜੀ ਵੀ ਕੋਈ ਨਾਲ ਦੱਸਦੇ ਸੀ ਕਿ ਤੁਹਾਡੀ ਬੋਡੀ ਵਾਸਤੇ ਚੰਗੇ ਮਤਲਬ ਵਧੀਆ ਚੀਜ਼ ਹੈ ਤੇ ਮੈਂ ਉਹ ਮਤਲਬ ਖਾ ਰਹੀ ਹਾਂ। ਹੁਣ ਮੈਨੂੰ ਕਾਫੀ ਜ਼ਿਆਦਾ ਆਪਣੇ ਆਪ ਨੂੰ ਠੀਕ ਸਮਝਦੀ। ਠੀਕ ਹੈ। ਇਹ ਕਿੰਨੇ ਟਾਈਮ ਤੋਂ ਤੁਸੀਂ ਨੈਚੁਰੋਪੈਥੀ ਨਾਲ ਜੁੜੇ ਹੈਗੇ ਹੋ? ਇਹ ਤੁਹਾਡੇ ਨਾਲ ਜਿਹੜਾ ਹਾਂਜੀ ਨੈਚੁਰੋਪੈਥੀ ਮੈਨੂੰ ਹੋ ਗਿਆ 2-2.5 ਸਾਲ ਤੋਂ ਮੈਂ ਜੁੜੇ। ਠੀਕ ਹੈ। ਇਹ ਤੁਹਾਨੂੰ ਕਿਵੇਂ ਪਤਾ ਲੱਗਾ ਸੀਗਾ? ਮੈਂ ਨੈਟ ਤੋਂ ਡਾਕਟਰ ਅਮਰ ਸਿੰਘ ਆਜ਼ਾਦ ਦੀਆਂ ਵੀਡੀਓ ਦੇਖਦੀ ਹੁੰਦੀ ਸੀ ਜੀ, ਹਾਂਜੀ। ਫਿਰ ਉਹਨਾਂ ਦੀਆਂ ਮੈਂ ਕਾਫੀ ਵੀਡੀਓ ਦੇਖ ਕੇ ਆਪਣੇ ਆਪ ਨੂੰ ਕਾਫੀ ਮਤਲਬ ਕਿ ਠੀਕ ਕੀਤਾ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਫਸਟ ਜਿਹੜਾ ਸਾਨੂੰ ਜੁਆਇਨ ਕੀਤਾ ਹੈਗਾ ਉਹ ਕਿੱਥੇ ਕੀਤਾ? ਉਹ ਅਸੀਂ ਤੁਹਾਡੇ ਕੋਲੇ ਫਗਵਾੜੇ ਗਏ ਸੀਗੇ। ਠੀਕ ਹੈ। ਹਾਂਜੀ ਕੈਂਪ ਸੀਗਾ ਫਗਵਾੜੇ ਡਾਕਟਰ ਦਾ। ਜਦੋਂ ਅਸੀਂ ਫਗਵਾੜੇ ਗਏ ਹਾਂ ਉਦੋਂ ਵੀ ਥੋੜੀ ਜਿਹੀ ਸਰਦੀਆਂ ਦੇ ਵਿੱਚ ਮੈਨੂੰ ਪ੍ਰੋਬਲਮ ਆਈ ਸੀ, ਜਿੱਦਾਂ ਸਰਦੀਆਂ 'ਚ ਬਲੱਡ ਸੰਘਣਾ ਹੋ ਜਾਂਦਾ, ਫਿਰ BP ਅਪ ਹੋਣਾ ਸ਼ੁਰੂ ਹੋ ਗਿਆ ਤੇ ਥੋੜੀ ਜਿਹੀ ਘਬਰਾਹਟ ਵਗੈਰਾ ਮਹਿਸੂਸ ਹੁੰਦੀ ਸੀ ਤੇ ਫਿਰ ਇਸ ਕਰਕੇ ਅਸੀਂ ਇੱਥੇ ਫਗਵਾੜੇ ਗਏ ਸੀਗੇ ਤੇ ਡਾਕਟਰ ਨੂੰ ਮਿਲ ਕੇ ਆਏ ਸੀ। ਉਸ ਟਾਈਮ ਤੁਹਾਨੂੰ ਕੀ ਪ੍ਰੋਬਲਮ ਸੀਗੀਆਂ? ਬਸ ਆਹੀ ਜ਼ਿਆਦਾ ਐਸਿਡ ਬਣਦਾ ਸੀਗਾ। ਠੀਕ ਹੈ। ਤੇ ਬਲੱਡ ਸੰਘਣਾ ਤੁਸੀਂ ਦੱਸਿਆ। ਠੀਕ ਹੈ। ਉਸ ਤੋਂ ਬਾਅਦ ਤੁਸੀਂ ਜਿਹੜੀ ਆਪਣਾ ਡਾਈਟ ਪ੍ਰੋਪਰ ਫੋਲੋ ਕੀਤੀ ਹੈ? ਡਾਈਟ ਤੁਹਾਡੀ ਮੈਂ ਜਿੱਦਾਂ ਤੁਸੀਂ ਮਿਲਟਸ ਲੈਣੇ ਸ਼ੁਰੂ ਕਰ ਦਿੱਤੇ। ਠੀਕ ਹੈ। ਠੀਕ ਹੈ ਜੀ। ਇਹ ਪ੍ਰੋਪਰਲੀ ਇਹ ਕਿੰਨੇ ਟਾਈਮ ਲੈਂਦੇ ਹੋ ਦਿਨ 'ਚ ਤੁਸੀਂ? ਮੈਂ ਵੈਸੇ ਤਾਂ ਮੈਂ ਇੱਕ ਟਾਈਮ ਲੈਂਦੀ ਸ਼ਾਮ ਨੂੰ। ਠੀਕ ਹੈ। ਦੁਪਹਿਰੇ ਮੈਂ ਕਦੀ ਮਤਲਬ ਕਿ ਮਨ ਮਰਜ਼ੀ ਦੇ ਨਾਲ ਜਾਂ ਸਲਾਦ ਜ਼ਿਆਦਾ ਖਾ ਲੈਂਦੀ ਹਾਂ, ਫਰੂਟ ਖਾ ਲਿਆ, ਸੈਲਡ ਖਾ ਲਿਆ ਜੀ। ਫਿਰ ਵਿੱਚੋਂ ਕੋਈ ਨਾਸ਼ਤੇ ਦੇ ਵਿੱਚ ਤੁਸੀਂ ਕੀ ਲੈ ਰਹੇ? ਨਾਸ਼ਤੇ ਦੇ ਵਿੱਚ ਮੈਂ ਜ਼ਿਆਦਾ ਫਰੂਟ ਖਾਂਦੀ ਵੇਟ ਦੇ ਹਿਸਾਬ ਨਾਲ। ਠੀਕ ਹੈ। ਤੇ ਇਹਦੇ ਵਿੱਚ ਜਿਹੜੇ ਤੁਹਾਡੀ ਹੁਣ ਐਸਿਡ ਦੀ ਫਾਰਮੇਸ਼ਨ ਹੈ ਉਸ ਤੋਂ ਬਾਅਦ ਇਹ ਕਿੰਨੀ ਕੁ ਤੁਹਾਨੂੰ ਲੱਗਦਾ ਹੈ ਕਿ ਫਰਕ ਪੈ ਗਿਆ? ਨਹੀਂ, ਮੈਨੂੰ ਹੁਣ ਕਾਫੀ ਜ਼ਿਆਦਾ ਫਰਕ ਪਿਆ। ਠੀਕ ਹੈ। ਤੇ ਇਹਦੇ ਮਤਲਬ ਤੁਹਾਨੂੰ ਲੱਗ ਰਿਹਾ ਹੈਗਾ ਕਿ ਹੁਣ ਮੈਂ ਬਿਲਕੁਲ ਠੀਕ ਹਾਂ? ਹਾਂਜੀ ਬਿਲਕੁਲ ਠੀਕ ਹੈ। ਔਰ ਜਿਹੜੇ ਇਹਦੇ ਨਾਲ ਤੁਹਾਨੂੰ ਕੁਝ ਅਰਕ ਵੀ ਦੱਸੇ ਹੈਗੇ ਆ? ਅਰਕ ਮੈਂ ਰੈਗੂਲਰ 6 ਮਹੀਨੇ ਪੀਤੇ ਹੈ। ਠੀਕ ਹੈ। ਤੇ ਉਹਦੇ ਨਾਲ ਜਿਹੜਾ ਤੁਹਾਡਾ ਬਲੱਡ ਸੰਘਣਾ ਹੈਗਾ ਸੀ ਜਾਂ ਤੁਹਾਨੂੰ ਇੱਕ ਦੋ ਵਾਰ ਜਿਹੜੀ ਆਹ ਬ੍ਰੇਨ ਦੀ ਪ੍ਰੋਬਲਮ ਆਈ ਹੈਗੀ ਆ ਤੇ ਜਿਹੜਾ ਐਸਿਡ ਫਾਰਮੇਸ਼ਨ ਆ, ਇਹਨਾਂ ਤਿੰਨ ਚੀਜ਼ਾਂ ਨੇ ਕਿੰਨਾ ਫਰਕ ਕੀਤਾ ਇਹਨਾਂ ਅਰਕਾਂ ਨੂੰ? ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫਰਕ ਕੀਤਾ ਦਵਾਈ ਜਿਹੜੀ ਮੈਂ ਖਾਧੀ ਉਹਦੇ ਨਾਲ ਤਾਂ ਮੈਨੂੰ ਫਿਰ ਦੁਬਾਰਾ ਰਿਐਕਸ਼ਨ ਹੋ ਗਿਆ ਸੀ। ਠੀਕ ਹੈ। ਹਾਂਜੀ। ਠੀਕ ਹੈ। ਇਹ ਦਵਾਈ ਤੁਸੀਂ ਕਿੰਨੇ ਟਾਈਮ ਪਹਿਲਾਂ ਲਈ ਹੈਗੀ ਆ?
ਇਹ ਹੁਣ ਹੋ ਹੀ ਗਏ ਤਕਰੀਬਨ 2-3 ਮਹੀਨੇ ਹੋ ਹੀ ਗਏ। ਹਾਂਜੀ। ਤੁਸੀਂ ਹਸਪੀਟਲ 'ਚ ਜਾ ਕੇ ਚੈੱਕਅਪ ਕਰਾਇਆ? ਹਸਪੀਟਲ ਚੈੱਕਅਪ ਕਰਾਇਆ ਸੀ, ਟੈਸਟ ਮੈਂ ਸਾਰੇ ਰੂਟੀਨ ਟੈਸਟ ਸਾਰੇ ਕਰਵਾਏ ਸੀ ਜੀ। ਠੀਕ ਹੈ। ਕਰਵਾਉਣ ਤੋਂ ਬਾਅਦ ਫਿਰ MRI ਵਿੱਚ ਵੀ ਕੁਝ ਨਹੀਂ ਸੀ ਆਇਆ। ਠੀਕ ਹੈ। ਔਰ ਉਸ ਤੋਂ ਸਾਰੇ ਕਰਵਾ ਕੇ ਡਾਕਟਰ ਨੇ ਮੈਡੀਸਨ ਲੈ ਕੇ ਖਾਧੀ, ਜਦੋਂ ਉਹਦਾ ਨਾਮ ਮੈਨੂੰ ਰਿਐਕਸ਼ਨ ਹੋ ਗਿਆ। ਰਿਐਕਸ਼ਨ ਹੋਣ ਤੋਂ ਬਾਅਦ ਮੈਂ ਪ੍ਰੋਪਰਲੀ ਮੈਡੀਸਨ ਬੰਦ ਕੀਤੀ ਸਾਰੀ। ਠੀਕ ਹੈ। ਤੇ ਫਿਰ ਮੈਂ ਆਪਣੇ ਆਹ ਰੈਗੂਲਰ ਫਿਰ ਉਹੀ ਕਾੜੇ ਸ਼ੁਰੂ ਕਰ ਦਿੱਤੇ ਪੀਣੇ, ਨਾਲ ਹੀ ਮੈਂ ਆਪਣੇ ਮਿਲਟਸ ਖਾਣੇ ਸ਼ੁਰੂ ਕਰ ਦਿੱਤੇ। ਹੁਣ ਇਸ ਟਾਈਮ ਮੈਂ ਕੋਈ ਮੈਡੀਸਨ ਨਹੀਂ ਲੈ ਰਹੀ। ਮਤਲਬ ਜਿਵੇਂ ਕਿ ਤੁਹਾਨੂੰ ਪ੍ਰੋਪਰ ਡਾਈਟ ਫੋਲੋ ਕਰਨ ਨੂੰ ਦੱਸਿਆ ਗਿਆ ਆ, ਤੁਸੀਂ ਉਸ ਰਿਗਾਰਡਿੰਗ ਕਰ ਰਹੇ ਹੈਗੇ ਆ। ਤੇ ਹੁਣ ਜਿਹੜੇ ਤੁਹਾਨੂੰ 90 ਤੋਂ 95% ਤੁਹਾਡੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਸੋਲਵ ਆ। ਤੇ ਹੁਣ ਤੁਹਾਡੀ ਰੈਗੂਲਰ ਰੂਟੀਨ ਕੀ ਹੈਗੀ ਆ? ਰੈਗੂਲਰ ਬਸ ਉਹੀ ਜਿੱਦਾਂ ਸਵੇਰੇ ਉੱਠਦੀ ਹਾਂ, ਆਪਣਾ ਉੱਠ ਕੇ ਸਵੇਰੇ ਸੈਰ ਕਰਨ ਜਾਂਦੀ ਹਾਂ, ਯੋਗਾ ਕਰਦੀ ਹਾਂ। ਉਸ ਤੋਂ ਬਾਅਦ ਆਪਣੇ ਜੋ ਕਾੜਾ ਬਣਾ ਕੇ ਪੀਣਾ ਹੈ, ਫਿਰ ਮੈਂ ਐਕਸਰਸਾਈਜ਼ ਕਰਨੀ ਹੈ। ਐਕਸਰਸਾਈਜ਼ ਤੋਂ ਬਾਅਦ ਫਿਰ ਮੈਂ ਆਪਣਾ ਫਰੂਟ ਸ਼ੁਰੂ ਕਰਦੀ ਹਾਂ। ਫਰੂਟ ਤੋਂ ਬਾਅਦ ਫਿਰ ਮਤਲਬ ਜਿੱਦਾਂ ਵੀਟ ਗ੍ਰਾਸ ਦਾ ਜੂਸ ਲੈ ਲਿਆ ਜਾਂ ਨਾਰੀਅਲ ਦਾ ਲੈ ਲਿਆ। ਉਹ ਐਜ਼ ਸੁਜੈਸਟਡ ਜੋ ਤੁਹਾਨੂੰ ਦੱਸੇ ਗਏ ਆ, ਐਜ਼ ਰეკਮੈਂਡਡ, ਉਹ ਤੁਸੀਂ ਲੈ ਰਹੇ ਹੋ। ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸੈਲਡ ਖਾਂਦੇ ਹੋ, ਫਿਰ ਲੰਚ ਕਰਦੇ ਹੋ। ਈਵਨਿੰਗ ਦੇ ਵਿੱਚ ਅਗਰ ਤੁਹਾਨੂੰ ਭੁੱਖ ਲੱਗਦੀ ਆ ਤਾਂ ਉਹਦੇ ਵਿੱਚ ਮੈਂ ਡਰਾਈ ਫਰੂਟ ਰੱਖਿਆ ਹੋਇਆ। ਠੀਕ ਹੈ। ਜਿੱਦਾਂ ਸਵੇਰੇ ਪਾ ਕੇ ਦਿੰਦੀ ਸਾਰੇ, ਹਰ ਇੱਕ ਚੀਜ਼ ਦੇ ਬੀਜ ਆ, ਜਿੱਦਾਂ ਖੀਰੇ ਦੇ ਹੋ ਗਏ, ਤਰ੍ਹਾਂ ਦੇ ਹੋ ਗਏ, ਕੱਦੂਆਂ ਦੇ ਹੋ ਗਏ, ਫਿਰ ਬਦਾਮ ਆ, ਕਿਸ਼ਮਿਸ਼ ਆ, ਮਤਲਬ ਜਿੰਨਾ ਵੀ ਡਰਾਈ ਫਰੂਟ ਮੈਂ ਸਾਰਾ ਆਪਣੇ ਏਜ ਦੇ ਹਿਸਾਬ ਨਾਲ ਉਹਨੇ ਨਾਲ ਭਿਉਂ ਕੇ ਮੈਂ ਰੱਖ ਦਿੰਦੀ ਹਾਂ। ਤੇ ਸ਼ਾਮ ਨੂੰ ਮੈਂ ਦੇਖਦੀ ਜੇ ਨਹੀਂ ਖਾਧਾ ਜਾਂਦਾ ਫਿਰ ਮੈਂ ਉਹਦਾ ਮਿਲਕ ਬਣਾ ਕੇ ਤੇ ਡਰਿੰਕ ਬਣਾ ਕੇ ਪੀ ਲੈਂਦੀ। ਠੀਕ ਹੈ। ਮਤਲਬ ਉਹਨਾਂ ਬੀਜਾਂ। ਠੀਕ ਹੈ। ਔਰ ਈਵਨਿੰਗ ਦੇ ਵਿੱਚ ਜਿਹੜਾ ਤੁਹਾਡਾ ਡਿਨਰ ਹੈਗਾ ਆ, ਉਹ ਕਿੰਨੇ ਵਜੇ ਤੱਕ ਕਰ ਲੈਂਦੇ? ਉਹ ਮੈਂ ਤਕਰੀਬਨ ਮੇਰਾ 6:30-7 ਵਜੇ ਵਿੱਚ। ਠੀਕ ਹੈ। ਔਰ ਉਸ ਤੋਂ ਬਾਅਦ ਤੁਸੀਂ ਸੈਰ ਜਾਂ ਕੁਛ ਏਦਾਂ? ਉਸ ਤੋਂ ਬਾਅਦ ਸੈਰ ਕਰਦੇ ਹਾਂ। ਠੀਕ ਹੈ। ਠੀਕ ਹੈ। ਔਰ ਰੈਗੂਲਰ ਜਿਹੜਾ ਤੁਹਾਡਾ ਆ ਇਸ ਟਾਈਮ ਤੁਸੀਂ ਇਹ ਤੋਂ ਕੀ ਤਜਰਬਾ ਤੁਹਾਡਾ ਦੱਸਦਾ ਹੈ ਕਿ ਨੈਚੁਰੋਪੈਥੀ ਸਾਨੂੰ ਅਪਣਾਉਣੀ ਚਾਹੀਦੀ ਆ, ਜਾਂ ਬਾਕੀਆਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਆ ਕਿ ਇਹ ਕੀ ਐਕਸਪੀਰੀਅੰਸ ਆ ਤੁਹਾਡਾ ਇਹਦੇ? ਮੈਂ ਬਾਕੀ ਸਾਰੇ ਇਹੀ ਭੈਣ ਭਰਾਵਾਂ ਨੂੰ ਕਹਾਂਗੀ ਕਿ ਨੈਚੁਰੋਪੈਥੀ ਹਰ ਇੱਕ ਨੂੰ ਅਪਣਾਉਣੀ ਚਾਹੀਦੀ ਹੈ, ਦਵਾਈਆਂ ਤੋਂ ਦੂਰ ਰਹਿਣਾ ਚਾਹੀਦਾ। ਬਿਲਕੁਲ। ਤੇ ਰੈਗੂਲਰ ਹਰ ਚੀਜ਼ ਨੂੰ ਮਤਲਬ ਇੱਕ ਸੈਟਅਪ ਕਰਨ ਲਈ ਯੋਗਾ, ਐਕਸਰਸਾਈਜ਼, ਸੈਰ, ਜਿਵੇਂ ਕਿ ਸੁਖਵੰਤ ਕੌਰ ਜੀ ਨੇ ਅੱਜ ਦੇ ਇੰਟਰਵਿਊ ਦੇ ਵਿੱਚ ਪ੍ਰੋਪਰ ਦੱਸਿਆ ਹੈਗਾ ਕਿ ਕਿਵੇਂ ਇਹਨਾਂ ਦੀ ਸਵੇਰ ਤੋਂ ਸ਼ਾਮ ਤੱਕ ਦੀ ਰੂਟੀਨ ਹੈਗੀ ਆ, ਔਰ ਰੈਗੂਲਰ ਇਹ ਕਿਹੜੀਆਂ ਚੀਜ਼ਾਂ ਨੂੰ ਅਪਣਾ ਰਹੇ ਆ, ਔਰ ਕਿੰਨੀਆਂ ਸਾਰੀਆਂ ਦਵਾਈਆਂ ਖਾਣ ਤੋਂ ਬਾਅਦ ਨੈਚੁਰੋਪੈਥੀ ਨੇ ਇਹਨਾਂ ਨੂੰ ਕਿੰਨਾ ਸਪੋਰਟ ਕੀਤਾ ਹੈਗਾ। ਔਰ ਇਸ ਟਾਈਮ ਇਹਨਾਂ 6 ਤੋਂ 7 ਮਹੀਨੇ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ ਇਹਨਾਂ ਨੇ ਰਿਕਵਰ ਕੀਤੀਆਂ ਆ। 2.5 ਸਾਲ ਤੋਂ ਇਹ ਸਾਡੇ ਨਾਲ ਜੁੜੇ ਹੈਗੇ ਆ। ਸਭ ਤੋਂ ਪਹਿਲਾਂ ਇਹਨਾਂ ਨੂੰ ਸਿਰਫ ਐਸਿਡ ਫਾਰਮੇਸ਼ਨ ਦੀ ਹੀ ਪ੍ਰੋਬਲਮ ਸੀਗੀ, ਤੇ ਜਿਹੜੀ ਉਹਨਾਂ ਨੇ 2.5 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਪਹਿਲਾਂ ਹੀ ਰਿਕਵਰ ਕਰ ਲਿਆ ਸੀ। ਲੇਕਿਨ ਵਿੱਚ ਇਹਨਾਂ ਨੂੰ ਜਿਹੜੀ ਥੋੜੀ ਬ੍ਰੇਨ ਦੀ ਮਿਰਗੀ ਦੀ ਪ੍ਰੋਬਲਮ ਆਈ ਹੈਗੀ ਆ, ਉਹਦੇ ਤੋਂ ਇਹਨਾਂ ਨੇ ਦਵਾਈ ਜਿਹੜੀ ਖਾਧੀ ਹੈਗੀ ਆ ਉਹਨੇ ਰਿਐਕਸ਼ਨ ਕੀਤੀ, ਔਰ ਉਸ ਤੋਂ ਬਾਅਦ ਇਹਨਾਂ ਨੇ ਵਾਪਸੀ ਤੋਂ ਆਪਣਾ ਜਿਹੜਾ ਡਾਈਟ ਆ ਉਹ ਫੋਲੋ ਕੀਤਾ ਆ। ਤੇ ਹੁਣ ਰੀਸੈਂਟਲੀ ਇਹਨਾਂ ਦੀ ਜਿਹੜੀ ਐਕਸਪੀਰੀਅੰਸ ਇਹਨਾਂ ਨੇ ਤੁਹਾਡਾ ਸ਼ੇਅਰ ਕੀਤਾ ਆ, ਤੇ ਬਹੁਤ ਜ਼ਿਆਦਾ ਇਹ ਖੁਸ਼ ਹੈਗੇ ਆ ਨੈਚੁਰੋਪੈਥੀ ਨਾਲ ਜੁੜ ਕੇ। ਤੇ ਅੱਜ ਦਾ ਜਿਹੜਾ ਹੈ ਇਹਨਾਂ ਨੇ ਸਾਡਾ ਐਕਸਪੀਰੀਅੰਸ ਸ਼ੇਅਰ ਕੀਤਾ। ਥੈਂਕ ਯੂ ਵੈਰੀ ਮਚ ਸੁਖਵੰਤ ਕੌਰ ਜੀ। ਤੇ ਆਪਾਂ ਫਿਰ ਰੈਗੂਲਰ ਨੈਕਸਟ। ਹਾਂਜੀ, ਵੈਲਕਮ ਬੈਕ। ਤੇ ਅੱਜ ਜਿਵੇਂ ਕਿ ਅਸੀਂ ਥੋੜੀ ਦੇਰ ਪਹਿਲਾਂ ਸੁਖਵੰਤ ਕੌਰ ਜੀ ਨਾਲ ਗੱਲ ਕੀਤੀ ਆ, ਤੇ ਹੁਣ ਆਪਾਂ ਉਹਨਾਂ ਦੇ ਹਸਬੈਂਡ ਹਰਬੰਸ ਸਿੰਘ ਜੀ ਨਾਲ ਗੱਲ ਕਰਾਂਗੇ, ਜਿਨ੍ਹਾਂ ਦੀ ਉਮਰ ਲਗਭਗ 60 ਸਾਲ ਹੀ ਹੈਗੀ ਆ, ਤੇ ਜਿਹੜੀ ਉਹਨਾਂ ਦੀ ਹਾਈਟ ਆ ਹੈਗੀ ਆ 5 ਫੁੱਟ 7 ਇੰਚ, ਤੇ ਜਿਹੜਾ ਉਹਨਾਂ ਦਾ weight ਆ ਇਸ ਟਾਈਮ 80 ਕਿਲੋ ਦੇ ਲਗਭਗ ਹੈਗਾ ਆ। ਤੇ ਹਰਬੰਸ ਸਿੰਘ ਜੀ ਨੂੰ ਬਹੁਤ ਟਾਈਮ ਤੋਂ ਥੋੜੀ ਪ੍ਰੋਬਲਮ ਆ ਰਹੀ ਸੀ, ਕੁਝ 4 ਤੋਂ 5 ਮਹੀਨੇ ਪਹਿਲਾਂ ਤੋਂ। ਤੇ ਜਿਵੇਂ ਕਿ ਇਹਨਾਂ ਦੇ ਸਰੀਰ ਦੇ ਕੁਝ ਜਿਹੜੇ ਪਾਰਟਸ ਹੈਗੇ ਆ, ਹੱਥ, ਪੈਰ, ਬਾਹਾਂ, ਇਹ ਸੁੰਨ ਹੋਣ ਲੱਗ ਗਏ ਸੀਗੇ। ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਨੇ ਥੋੜੀ ਜਿਹੜੀ ਡਰਿੰਕ ਕਰਨੀ ਵੀ ਸ਼ੁਰੂ ਕੀਤੀ, ਜਿਨ੍ਹਾਂ ਦੀ ਵਜ੍ਹਾ ਨਾਲ ਇਹਨਾਂ ਨੂੰ 4 ਤੋਂ 5 ਮਹੀਨੇ ਪਹਿਲਾਂ ਇਹ ਵਾਲੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋਈਆਂ ਕਿ ਬਾਡੀ ਦੇ ਕੁਝ ਪਾਰਟ ਇਹਨਾਂ ਦੇ ਸੁੰਨ ਹੋਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪ੍ਰੋਪਰ ਚੈੱਕਅਪ ਕਰਵਾਏ ਹੈਗੇ ਆ, ਤੇ ਇਹਨਾਂ ਦੇ ਲੀਵਰ 'ਚ ਬਹੁਤ ਜ਼ਿਆਦਾ ਨੁਕਸਾਨ ਦੱਸਿਆ ਗਿਆ ਹੈ ਰਿਪੋਰਟਸ ਦੇ ਵਿੱਚ। ਤੇ ਇਸ ਟਾਈਮ ਜਿਹੜੀ ਇਹਨਾਂ ਨੂੰ ਉਸ ਟਾਈਮ ਪ੍ਰੋਬਲਮ ਸੀਗੀ ਉਹ ਸੀ BP ਹਾਈ ਹੋ ਜਾਂਦਾ ਸੀ, ਸਿਰ ਦਰਦ ਰਹਿੰਦਾ ਸੀ, ਔਰ weight ਜਿਹੜਾ ਇਹਨਾਂ ਦਾ 87 ਤੋਂ 88 ਕਿਲੋ ਦੇ ਲਗਭਗ ਸੀਗਾ। ਇਸ ਤੋਂ ਬਾਅਦ ਜਦੋਂ ਇਹਨਾਂ ਨੇ ਦੁਬਾਰਾ ਸਾਡੇ ਨਾਲ ਜੁੜੇ ਹੈਗੇ ਆ, ਕਿਉਂਕਿ ਸੁਖਵੰਤ ਕੌਰ ਜੀ ਜਿਵੇਂ ਕਿ ਦੱਸਿਆ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਸੀ, ਤਾਂ ਜਦੋਂ ਇਹਨਾਂ ਨੇ ਹਰਬੰਸ ਸਿੰਘ ਜੀ ਦੀ ਗੱਲ ਕੀਤੀ ਤਾਂ ਅਸੀਂ ਇਹਨਾਂ ਨੂੰ ਨੈਚੁਰੋਪੈਥੀ ਬਾਰੇ ਸਮਝਾਇਆ। ਨਾਲ ਉਹਨਾਂ ਨੇ ਆਪਣੇ ਪ੍ਰੋਪਰ ਮਿਲਟਸ ਦੀ ਡਾਈਟ ਨੂੰ ਫੋਲੋ ਕੀਤਾ, ਫਰੂਟਸ ਦੀ ਡਾਈਟ ਨੂੰ ਸ਼ੁਰੂ ਕੀਤਾ, ਤੇ ਕੁਝ ਜਿਹੜੇ ਅਰਕ ਆਲਰੇਡੀ ਆਪਾਂ ਤੁਹਾਨੂੰ ਦੱਸਦੇ ਵੀ ਰਹਿੰਦੇ ਆ, ਤੇ ਅੱਜ ਵੀ ਤੁਹਾਨੂੰ ਜ਼ਰੂਰ ਇਹਨਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਨਾਲ ਲੈ ਕੇ ਇਹਨਾਂ ਨੇ ਆਪਣੀਆਂ ਸਾਰੀਆਂ ਪ੍ਰੋਬਲਮਸ ਨੂੰ ਜਿਹੜਾ ਆ ਰਿਕਵਰ ਕਰਨਾ ਸ਼ੁਰੂ ਕਰ ਦਿੱਤਾ ਆ।
ਤੇ ਇਸ ਟਾਈਮ ਇਹਨਾਂ ਦੀ ਜਿਹੜਾ ਹਾਈ ਬੀਪੀ ਦੀ ਪ੍ਰੋਬਲਮ ਸੀ ਉਹ ਟੋਟਲੀ ਸੋਲਵ ਹੋ ਚੁੱਕੀ ਆ, ਸਿਰ ਦਰਦ ਦੀ ਪ੍ਰੋਬਲਮ ਸੋਲਵ ਹੋ ਚੁੱਕੀ ਆ, ਔਰ 7 ਤੋਂ 8 ਕਿਲੋ weight ਇਹਨਾਂ ਨੇ ਘਟਾ ਕੇ 80 ਕਿਲੋ ਤੱਕ ਜਿਹੜਾ weight ਹੈਗਾ ਆ ਉਹ ਰੈਗੂਲੇਟ ਕਰ ਦਿੱਤਾ ਹੈਗਾ। ਤੇ ਆਓ ਆਪਾਂ ਮਿਲਦੇ ਹਾਂ ਹਰਬੰਸ ਸਿੰਘ ਜੀ ਨਾਲ। ਤੇ ਵੈਲਕਮ ਹਰਬੰਸ ਸਿੰਘ ਜੀ। ਤੇ ਤੁਸੀਂ ਦੱਸੋ ਕਿ ਕੀ ਪ੍ਰੋਬਲਮ ਤੁਹਾਨੂੰ 4 ਤੋਂ 5 ਮਹੀਨੇ ਪਹਿਲਾਂ ਆਉਣੀ ਸ਼ੁਰੂ ਹੋਈ? ਤੇ ਬੇਟਾ ਪਹਿਲਾਂ ਉਹ ਤੇ ਜਿਸ ਤਰ੍ਹਾਂ ਅਸੀਂ ਦਵਾਈ ਖਾਂਦੇ ਹਾਂ ਹਸਪਤਾਲ ਤੋਂ ਕਿਤੇ ਵੀ ਲਾ ਲਓ ਤੁਸੀਂ ਜੀ, ਉਹ ਦਵਾਈ ਮੈਨੂੰ ਸ਼ੂਟ ਨਹੀਂ ਕਰਦੀ ਬਿਲਕੁਲ ਜੀ, ਫਿਰ ਜਿਸ ਤਰ੍ਹਾਂ ਵੇਖਦੇ ਜਿਸ ਤਰ੍ਹਾਂ ਤੁਹਾਡੇ ਡਾਕਟਰ ਸਾਹਿਬ ਦੀ ਵੇਖੀਆਂ ਵੀਡੀਓ ਇਹਨਾਂ ਨੇ ਸਾਰਾ ਕੁਝ ਵੀ ਇਹਦੇ ਵਿੱਚ ਕੀ ਫਾਇਦਾ ਕੀ ਨੁਕਸਾਨ ਆ, ਹਾਂਜੀ, ਉਹਦੇ ਤੇ ਫਿਰ ਅਸੀਂ ਚੱਲੇ ਇੱਕਦਮ ਜੀ, ਇਹਨਾਂ ਨੇ ਸਾਰਾ ਕੁਝ ਵੇਖਣਾ ਦੱਸਣਾ ਵੀ ਆਹ ਤੁਹਾਨੂੰ ਪ੍ਰੋਬਲਮ ਪੈਂਦੀ, ਮੈਂ ਮੰਨਦਾ ਨਹੀਂ ਤਾਂ ਇਹ ਮੈਂ ਡਾਕਟਰ ਕੋਲ ਜਾਂਦੇ ਆਂਦੇ ਨਹੀਂ ਉੱਥੇ ਨਹੀਂ ਜਾਣਾ, ਆਹ ਤੁਸੀਂ ਲਓ ਅੱਗੇ ਵੇਖੋ ਉੱਥੋਂ ਲੈ ਲਈ ਦਵਾਈ ਦਵਾਈ। ਜੀ, ਉਸ ਤੋਂ ਬਾਅਦ 'ਚ ਫਿਰ ਜਿੱਦਾਂ ਟੈਸਟ ਕਰਦਾ ਸੀਗਾ ਡਿਊਟੀ ਤੋਂ ਫਰੀ ਹੋ ਗਿਆ ਆਣ ਕੇ ਘਰ, ਮਤਲਬ ਡੱਕਣ ਵਾਲਾ ਕੋਈ ਨਹੀਂ, ਸਵੇਰੇ ਪੀ ਲਈ ਸ਼ਾਮੀ ਨੂੰ ਪੀ ਲਈ, ਜਿੱਦਾਂ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਜੀ, ਉਸ ਟਾਈਮ ਵੀ ਮਤਲਬ ਇਹ ਘਰ ਦੇ ਸੌਣਾ ਚੁੱਪ ਕਰਕੇ 2 ਪੈਗ ਮਾਰੇ ਚਲੋ ਫਿਰ ਨੀਂਦ ਆ ਗਈ ਸੌਂ ਗਏ। ਜੀ, ਉਹ ਘਰ ਦੀ ਗੱਲ ਇਹਨਾਂ ਨੂੰ ਪਤਾ ਲੱਗਿਆ ਵੀ ਜ਼ਿਆਦਾ ਪੀਂਦਾ ਵੀ, ਫਿਰ ਇਹਨਾਂ ਨੇ ਡਾਕਟਰ ਸਾਹਿਬ ਨਾਲ ਸਲਾਹ ਕੀਤੀ ਵੀ ਆਪਾਂ ਵੀਡੀਓ ਵੇਖਦੇ ਡੇਲੀ ਸਵੇਰੇ ਸ਼ਾਮੀ ਇਹਨਾਂ ਨੂੰ ਵੀ ਸਲਾਹ ਲੈ ਲਈਏ। ਜੀ, ਉਸ ਤੋਂ ਬਾਅਦ ਅਸੀਂ ਫਿਰ ਲਾਕਡਾਊਨ ਆ ਗਿਆ ਜੀ, ਤੇ ਡਾਕਟਰ ਸਾਹਿਬ ਨੇ ਪਟਿਆਲੇ ਟੈਲੀਫੋਨ ਕੀਤਾ ਵੀ ਅਸੀਂ ਆਈਏ ਤੁਹਾਡੇ ਕੋਲ, ਕਿਤੇ ਆਂਦੇ ਵੀ ਆ ਜਾਓ ਅਜੇ ਠਹਿਰ ਕੇ ਆਇਓ ਅਜੇ ਲਾਕਡਾਊਨ ਹੈ। ਜੀ, ਉਹ ਟਾਈਮ ਅਸੀਂ ਕੱਢ ਲਿਆ ਆਪਣਾ 5-6 ਮਹੀਨੇ, 7 ਦਾ ਜਾਂ 8 ਦਾ ਵੀ ਡੀਕ ਕੇ ਵੀ ਨਹੀਂ ਜਾਏਗਾ। ਜੀ, ਫਿਰ ਉਹਨੇ ਚੇਤੀ ਗੱਡੀ ਵੀ ਕਰਨ ਲੱਗੇ ਵੀ ਉੱਥੇ ਜਾਂਦੇ ਪਟਿਆਲੇ, ਫਿਰ ਉਹ ਵੀ ਟਾਈਮ ਲੰਘ ਗਿਆ ਵੀ ਉਦੋਂ ਆਉਂਦੇ ਨਹੀਂ ਅਜੇ ਨਾ ਆਏ ਤੇ ਇੱਥੇ ਆਉਣ ਨਹੀਂ ਦਿੰਦੇ। ਠੀਕ ਹੈ। ਉਸ ਤੋਂ ਬਾਅਦ 'ਚ ਫਿਰ ਇਹਨਾਂ ਨੇ ਆਖਿਆ ਵੀ ਇੱਥੇ ਤੁਹਾਡਾ ਅਖਬਾਰ 'ਚ ਆਇਆ ਜੇ ਕਿਤੇ ਪਤਾ ਲੱਗਾ ਵੀ ਫਗਵਾੜੇ ਆ ਰਹੇ ਡਾਕਟਰ ਸਾਹਿਬ, ਜੀ, ਉੱਥੇ ਫਿਰ ਅਸੀਂ ਦੋਨੇ ਜਣੇ ਗਏ ਫਗਵਾੜੇ, ਅਸੀਂ ਤੁਹਾਡਾ ਅਟੈਂਡ ਕੀਤਾ, ਸਾਰਾ ਪ੍ਰੋਗਰਾਮ ਜਿੰਨਾ ਵਧੀਆ ਲੱਗਾ ਉੱਥੇ। ਜੀ, ਜੀ, ਉਸ ਤੋਂ ਬਾਅਦ 'ਚ ਫਿਰ ਉੱਥੋਂ ਜੋ ਕੁਝ ਸਾਨੂੰ ਉਹਨਾਂ ਦਿੱਤੀ ਦਵਾਈ ਜੋ ਵੀ ਦਿੱਤਾ ਸੀ ਉਸ ਟਾਈਮ ਉਹ ਹੀ ਮਤਲਬ ਸਵੇਰੇ ਸ਼ਾਮੀ ਅਸੀਂ ਯੂਜ਼ ਕਰ ਰਹੇ ਹਾਂ ਆਪਣੇ ਘਰੇ ਜੋ ਵੀ ਮਤਲਬ ਹੈਗਾ। ਹੁਣ ਤੁਹਾਨੂੰ ਜਿਹੜੀ ਇਹ 4 ਮਹੀਨੇ ਤੋਂ ਪ੍ਰੋਬਲਮ ਆ ਰਹੀ ਹੈ, ਹਾਂਜੀ। ਇਹ ਕੀ ਤੁਹਾਨੂੰ ਮਹਿਸੂਸ ਹੋਇਆ ਸਰੀਰ ਦੇ ਵਿੱਚ ਕਿ ਕੀ ਮੈਨੂੰ ਦਿੱਕਤਾਂ ਆ ਰਹੀਆਂ ਹੈਗੀਆਂ? ਉਸ ਤੋਂ ਬਾਅਦ ਜਦੋਂ ਤੁਹਾਡੇ ਨਾਲ ਹੀ ਟੈਚ, ਉਸ ਤੋਂ ਪਹਿਲਾਂ ਮੈਨੂੰ ਇਹ ਜਿਸ ਤਰ੍ਹਾਂ ਕਿਤੇ ਸਕੂਟਰ ਤੇ ਜਾਣਾ ਜਾਂ ਮੈਂ ਕਿਤੇ ਜਾਣਾ, ਜਿਸ ਤਰ੍ਹਾਂ ਮੇਰੀ ਸੱਜਾ ਮੋਢਾ ਜਿਸ ਤਰ੍ਹਾਂ ਆ ਰਿਹਾ ਸਾਰਾ ਮੇਰਾ ਇਸ ਤਰ੍ਹਾਂ ਡਰ ਜਾ ਹੁੰਦਾ ਵੈਸੇ, ਜੀ, ਜੀ, ਜਿਸ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਸੀ। ਮੈਂ ਪਰ ਆਪਣੇ ਇਹਨਾਂ ਨੂੰ ਮੈਸੇਜ ਵੀ ਦੱਸਿਆ ਵੀ ਆ ਚੀਜ਼ ਹੈਗੀ ਵਿੱਚ, ਜੀ, ਇਹਦਾ ਮਹਿਸੂਸ ਹੁੰਦਾ ਵੀ ਜਿਸ ਤਰ੍ਹਾਂ ਫਿਰ ਮੈਂ ਰੋਟੀ ਰਾਟੀ ਖਾਣੀ ਸਵੇਰੇ ਸ਼ਾਮੀ ਤੇ ਮੈਂ ਥੋੜੀ ਜਿਹੀ ਇੱਕ ਫੁਲਕਾ ਖਾਣਾ ਤੋਂ ਜਿਸ ਤਰ੍ਹਾਂ ਵਾਕ ਆਉਂਦਾ ਕਦੇ, ਜੀ, ਤੇ ਇਹਨਾਂ ਨੂੰ ਪਤਾ ਲੱਗ ਗਿਆ ਵੈਸੇ ਮੈਂ ਨਹੀਂ ਇਹਨਾਂ ਨੂੰ ਮਹਿਸੂਸ ਹੁੰਦਾ ਵੀ ਤੇ ਹੁੰਦਾ ਮੈਨੂੰ। ਤੇ ਜਿੱਥੇ ਹੁਣ 4 ਫੁਲਕੇ ਖਾਣਾ ਕਿ ਮੈਂ 3 ਖਾਣਾ, ਫਿਰ ਮੈਂ 1.5 ਤੇ ਆ ਗਿਆ। ਜੀ, ਇਹਨਾਂ ਨੂੰ ਫੁਲਕਾ ਪਾ ਕੇ ਦੇਣਾ ਥੱਲੇ ਜੋ ਚੱਲ ਜਾਣਾ ਸਾਈਡ ਤੇ ਮੈਂ ਉਹਦੇ ਵਿੱਚੋਂ 1.5 ਖਾਣਾ, ਉਹ ਬਾਕੀ ਰੱਖ ਤੋਂ ਇਧਰ ਉਧਰ ਰੱਖ ਦੇਣਾ ਵੀ ਨਹੀਂ ਖਾਲੀ ਮੈਂ। ਠੀਕ ਹੈ। ਆਹ ਚੀਜ਼ ਮੈਂ ਭੁੱਖ ਵੀ ਮਰ ਗਈ ਸੀ। ਭੁੱਖ ਮਰ ਗਈ ਸੀ। ਹਾਂ, ਉਸ ਤੋਂ ਬਾਅਦ 'ਚ ਫਿਰ ਜਿਹੜੀ ਤੁਹਾਡੀ ਮੈਡੀਸਨ ਜਿੰਨੀ ਵੀ ਲਈ ਜਿਸ ਤਰ੍ਹਾਂ ਦੱਸਿਆ ਤੁਸੀਂ ਨੈਚੁਰਲੀ ਜੋ ਵੀ ਚੀਜ਼ਾਂ, ਫਿਰ ਇਹਨਾਂ ਨੇ ਇੱਕਦਮ ਮੈਨੂੰ ਉਹ ਸ਼ੁਰੂ ਕੀਤੀਆਂ, ਫਰੂਟ ਸਵੇਰੇ ਸ਼ਾਮੀ ਜੋ ਵੀ ਮੂਲੀ ਹਰ ਚੀਜ਼, ਜੀ, ਉਹਦੇ ਨਾਲ ਫਿਰ ਸਹਿ ਮਤਲਬ ਇੱਕਦਮ ਫਰਕ ਪੈਂਦਾ ਹੈਗਾ। ਮਤਲਬ ਕਿ ਜਿਸ ਤਰ੍ਹਾਂ ਦਵਾਈਆਂ ਜਿੰਨੀਆਂ ਡਾਕਟਰ ਕੋਲ ਪਹਿਲਾਂ ਚੈੱਕ ਕਰਵਾਉ, ਫਿਰ ਇਹਨੇ ਸਟਾਈਆਂ ਸਾਰੀਆਂ ਵੀ ਇਹ ਸਾਰੀ ਇਹ ਤੁਹਾਡੇ ਇੱਕ ਸਾਹਮਣੇ ਦਵਾਈ ਹੈ ਜੀ। ਉਸ ਤੋਂ ਬਾਅਦ ਪਹਿਲਾਂ ਵੀ ਇਹ ਬਾਹਰ ਚਲ ਗਏ ਤੇ ਮੈਂ ਵਿੱਚੋਂ ਦਵਾਈ ਵੀ ਇੱਥੋਂ ਕਸ਼ਮੀਰ ਸਿੰਘ ਦੇ ਚੈੱਕ ਕਰਾਇਆ ਤੇ ਉਹ ਕਿਤੇ ਵੀ ਕਰਾਇਆ, ਉਹ ਮੈਨੂੰ ਉਹਨਾਂ 6000 ਦੀ ਦਵਾਈ ਮੇਰੇ ਪਾਸੇ ਪਾਤੀ। ਠੀਕ ਹੈ। ਡਾਕਟਰੀ ਫੀਸ ਲੱਗ ਗਈ। ਠੀਕ ਉਹ ਫਿਰ ਜਦੋਂ ਇਹ ਬਾਹਰੋਂ ਆਏ ਤਾਂ ਦਵਾਈਆਂ ਕਿਹੜੀਆਂ ਆਈਆਂ ਵਿੱਚ, ਉਹ ਫਿਰ ਮੈਂ ਇੱਕ ਹੋਰ ਡਾਕਟਰ ਕੋਲ ਚੱਲ ਗਿਆ। ਉਸ ਤੋਂ ਬਾਅਦ ਮੈਂ ਵੀ ਹਾਂਜੀ ਮੈਨੂੰ ਆਹ ਪ੍ਰੋਬਲਮ ਆ, ਦਵਾਈ ਰਾਤ ਨੂੰ ਆਉਂਦੇ ਵੀ ਤੇਰੇ ਵਾਸਤੇ ਇਹਦੇ ਵਿੱਚ ਇੱਕ ਦਵਾਈ ਸਿਰਫ ਠੀਕ ਹੈ, ਬਾਕੀ ਸਾਰੀ ਕੂੜਾ ਹੀ ਹੈ ਥੋੜੀ ਜਿਹੀ। ਫਿਰ ਇਹਨਾਂ ਨੇ ਆਣ ਕੇ ਮੇਰੇ ਕੋਲ ਸਟਾ ਦਿੱਤੀਆਂ ਕਿ ਇਹ ਦਵਾਈ ਹੈ ਨਹੀਂ ਕੋਈ ਵੀ, ਜਿੱਥੇ ਤੁਸੀਂ ਚੱਲਣ ਦੇ ਡਾਕਟਰ ਸਾਹਿਬ ਨੂੰ ਸਲਾਹ ਕੀਤੀ ਜੋ ਆਉਂਦੇ ਨੈਚੁਰਲੀ ਉਹ ਬਹੁਤ ਹੀ ਠੀਕ ਹੋਣਾ ਜੀ। ਫਿਰ ਉੱਥੋਂ ਤੁਹਾਡੇ ਕੋਲ ਜਿਸ ਤਰ੍ਹਾਂ ਸ਼ੁਰੂ ਤੋਂ ਇਹ ਸੀਸੀਆਂ ਲਿਆਉਂਦੇ ਨੇ, ਬਾਕੀ ਜੋ ਵੀ ਖਾਣ ਨੂੰ ਸਵੇਰੇ ਸ਼ਾਮੀ ਉਹ ਡਾਇਟ ਰੱਖੀ ਬਿਲਕੁਲ। ਹੁਣ ਠੀਕ ਹੈ, ਜਿਹੜੀ ਇਹ ਪ੍ਰੋਬਲਮ ਸੀਗੀ ਮੇਰੀ ਇਹ ਤੇ ਹਟ ਗਈ ਵੀ ਹੁਣ। ਠੀਕ ਹੈ, ਟੋਟਲੀ ਸੋਲਵ ਹੋ ਗਿਆ। ਇਹ ਸੋਲਵ ਹੋ ਗਿਆ। ਬਾਕੀ ਜਿਹੜਾ ਬੀਪੀ ਵੱਧਦਾ ਸੀ, ਬੀਪੀ ਮੈਨੂੰ ਸਵੇਰ ਦੇ 4 ਵਜੇ ਬਿਲਕੁਲ ਜੇ ਤੁਹਾਨੂੰ ਮਹਿਸੂਸ ਹੁੰਦਾ ਤੇ ਹੱਥਾਂ ਦੇ ਹੱਥ ਆਉਂਦੇ, ਚਾਹੇ ਚੱਕਰ ਨਹੀਂ ਆਉਂਦਾ ਮਹਿਸੂਸ, ਫਿਰ ਮੈਂ ਕੋਠੇ ਤੇ ਚੱਲ ਜਾਣਾ, ਦੌੜਾ ਸੈਰ ਕਰਨੀ, ਇਹਨਾਂ ਨੂੰ ਦੱਸਣਾ ਵੀ ਮੈਨੂੰ ਇਦਾਂ ਥੋੜੀ ਪ੍ਰੋਬਲਮ ਪੈਂਦੀ ਹੈ। ਹਾਂ, ਜਿਵੇਂ ਘਬਰਾਹਟ ਹੋ ਜਾਂਦੀ ਹੈ, ਘਬਰਾਹਟ ਨਹੀਂ ਜਿਸ ਤਰ੍ਹਾਂ ਬਿਲਕੁਲ ਹੀ ਆਹ ਚੀਜ਼ ਹੁੰਦੀ ਉਹ। ਫਿਰ ਉਸ ਤੋਂ ਬਾਅਦ ਫਿਰ ਜਿਸ ਤਰ੍ਹਾਂ ਨੈਚੁਰਲੀ ਨਹੀਂ ਦੱਸਦੇ ਰਹੇ ਸਵੇਰੇ ਆਹ ਖਾਓ ਸ਼ਾਮੀ ਆਹ ਖਾਓ, ਫਿਰ ਮਤਲਬ ਉਸੇ ਤਰ੍ਹਾਂ ਬਣਾਉਂਦੇ ਰਹੇ ਵਿੱਚੋਂ ਦੇਣਾ ਕੱਖ ਨਹੀਂ, ਜਿਹੜੀ ਚੀਜ਼ ਖਾਣੀ ਉਹ ਤੋਂ ਬਾਅਦ ਜਿਸ ਤਰ੍ਹਾਂ ਟਾਈਮ ਰੱਖਿਆ ਅੱਧੇ ਘੰਟੇ ਦਾ ਖਾਣੇ ਦਾ ਉਹ ਸਭ ਨਾਲ ਨਹੀਂ ਕਰਦੀ। ਠੀਕ ਹੈ। ਉਸ ਤੋਂ ਪਹਿਲਾਂ ਕੋਈ ਚੀਜ਼ ਨਹੀਂ ਖਾਣੀ। ਠੀਕ ਹੈ। ਹਾਂ, ਹੁਣ ਵੀ ਜਿਸ ਤਰ੍ਹਾਂ ਕੇਲੇ ਦੱਸੇ, ਸੰਤਰੇ, ਜੋ ਵੀ ਮਤਲਬ ਸੀਜ਼ਨ ਦੀ ਜਿਹੜਾ ਆਉਂਦਾ ਫਰੂਟ ਉਹ ਲਿਆਉਣਾ। ਬਿਲਕੁਲ। ਹਾਂ। ਤੇ ਹੁਣ ਤੁਹਾਨੂੰ ਆਪਣਾ ਹਾਈ ਬੀਪੀ ਦਾ ਕਿੰਨਾ ਕੁ ਫਰਕ ਹੈਗਾ? ਉਹ ਬੇਟਾ ਬਿਲਕੁਲ ਹੀ ਹੈ ਜੀ, ਐਵੇਂ ਜਿਹੜੀ ਚੀਜ਼ ਹੈ ਨਹੀਂ ਉਹਨੂੰ ਆਪਾਂ ਨਾ ਹੀ ਕਰੀਏ। ਬਿਲਕੁਲ। ਹਾਂ। ਤੇ ਹੁਣ ਉਹ ਤੁਹਾਡਾ ਬਿਲਕੁਲ ਜਿਹੜਾ ਸੋਲਵ ਹੋ ਗਿਆ? ਹਾਂ, ਬਿਲਕੁਲ ਸੋਲਵ ਹੋ ਗਿਆ। ਮਤਲਬ ਜਿਹੜੀ ਪ੍ਰੋਬਲਮ ਸੀ ਹੁਣ ਜਿਸ ਤਰ੍ਹਾਂ ਰੋਟੀ ਦੀ ਭੁੱਖ ਨਹੀਂ ਲੱਗਦੀ, ਹੁਣ ਜਿਸ ਤਰ੍ਹਾਂ ਹੁਣ ਖਾ ਵੀ ਲਈ ਸਵੇਰੇ ਖਾਈ ਅਸੀਂ ਖਾਂਦੇ ਮਤਲਬ 11-12 ਇੱਕ 1.5 ਵਜੇ ਫੁਲਕਾ ਖਾਂਦੇ, ਉਸ ਤੋਂ ਬਾਅਦ ਫਿਰ ਸ਼ਾਮ ਨੂੰ 7-7:30 8 ਵਜੇ। ਠੀਕ ਹੈ। ਤੇ ਤੁਹਾਡਾ ਭਾਰ ਵੀ ਇਹਨੇ ਸੰਤੁਲਨ ਕੀਤਾ ਹੈਗਾ? ਕੀਤਾ। ਹਾਂ, ਹੁਣ ਥੋੜਾ ਜਿਹਾ ਮਹਿਸੂਸ ਮੈਨੂੰ ਆਪਣੇ ਆਪ 'ਚ ਹੁੰਦਾ ਹੈ ਜਿਸ ਤਰ੍ਹਾਂ ਕਿ ਜਿਹੜੀ ਹਾਲਤ ਸੀ ਨਾ, ਜਿਸ ਤਰ੍ਹਾਂ ਬਾਹਾਂ ਦੁਖਦੀਆਂ ਜਾਂ ਮੋਢਾ ਦੁਖਦਾ ਸੀ, ਉਹ ਚੀਜ਼ ਨਿਕਲ ਗਈ ਵਿੱਚੋਂ।
ਇਹਦੇ ਟਾਈਮ ਦੇ ਵਿੱਚ। ਬਾਕੀ ਆਹ ਵੀ ਤੁਸੀਂ ਸੀਸੀ ਵਾਲੀ ਦਵਾਈ ਦਿੱਤੀ ਇਹਦੇ ਨਾਲ ਬਿਲਕੁਲ ਮੈਨੂੰ ਹੁਣ 1 ਮਹੀਨੇ ਦੇ ਵਿੱਚ ਮਤਲਬ ਉਹ ਚੀਜ਼ ਮਹਿਸੂਸ ਜਿਸ ਤਰ੍ਹਾਂ ਬਾਰ-ਬਾਰ ਮੈਨੂੰ ਲੈਟਰਿੰਗ ਹੋ ਗਈ ਸੀ, ਥੋੜਾ ਜਿਹਾ ਖਾਣਾ ਤੇ ਫਿਰ ਮੈਂ ਉਸ ਦਿਨ ਜਿਸ ਤਰ੍ਹਾਂ ਪੇਟ ਦੇ ਵਿੱਚ ਲੀਕ ਜੀ ਪਾਣੀ ਗੜਗੜ ਹੋਣ ਲੱਗ ਜਾਂਦਾ ਵੀ ਮਹਿਸੂਸ ਹੋ ਜਾਂਦਾ ਵੀ ਨਹੀਂ ਪਾਈਦਾ। ਇਹਨਾਂ ਸੀਸੀ ਨੇ ਫਿਰ ਮੈਨੂੰ 1 ਮਹੀਨੇ ਦੇ ਵਿੱਚ ਬਿਲਕੁਲ ਠੀਕ ਕੀਤਾ। ਮਤਲਬ ਇਹਨਾਂ ਸਵੇਰੇ ਵੀ ਦੇਣੀ ਜਿਸ ਤਰ੍ਹਾਂ ਟੀਕ ਹੈਗੀਆਂ 2 1 25-30 ਮਿੰਟ ਦੇ ਵਿੱਚ ਪਹਿਲਾਂ ਲੈਣੀ, 25-30 ਮਿੰਟ ਬਾਅਦ ਚ ਲੈਣੀ ਹੈ। ਠੀਕ ਹੈ, ਇਹ ਤੁਸੀਂ ਪ੍ਰੋਪਰ ਜਿੱਦਾਂ ਦੱਸੀ ਗਈ ਹੈ ਉਦਾਂ ਲੈ ਬਿਲਕੁਲ ਉਦਾਂ ਲੈ ਜਿੱਦਾਂ ਤੁਸੀਂ ਕਰੀ ਜਾਂਦੀ ਹੈ। ਠੀਕ ਹੈ। ਹਾਂ, ਤੇ ਸਵੇਰੇ ਉੱਠਦੇ ਸਾਰ ਪਹਿਲਾਂ ਇਹ ਨਹੀਂ ਲੈਣੇ ਹੈਗੇ? ਇਹੋ ਹੀ ਲੈਣੇ, ਕੋਈ ਚਾਹ ਨਹੀਂ ਪੀਣੀ, ਕੁਛ ਨਹੀਂ ਲੈਣਾ। ਠੀਕ। ਹਾਂ, ਇਹਨਾਂ ਨੂੰ ਟਾਈਮ ਦਾ ਪਤਾ, ਕੋਈ 15-20 ਮਿੰਟ ਬਾਅਦ ਇੱਕ ਲੈਣੀ, 15-20 ਮਿੰਟ ਇੱਕ ਲੈਣੀ। ਫਿਰ ਸੌਣ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਸ਼ਾਮ ਨੂੰ ਸੌਂਦੇ ਆਣ ਕੇ ਸੈਰ ਸੂਰ ਕਰਕੇ ਉਹਨੂੰ ਫਿਰ ਗਰਮ ਪਾਣੀ ਫਿਰ ਜਿਸ ਤਰ੍ਹਾਂ ਪਹਿਲਾਂ ਉਹ ਲੈਣੀ, ਫਿਰ ਉਸ ਤੋਂ 15-20 ਮਿੰਟ ਬਾਅਦ ਦੂਜੀ ਲੈਣੀ। ਬਿਲਕੁਲ। ਹਾਂ, ਠੀਕ ਹੈ। ਇਹ ਤੁਸੀਂ ਕਿੰਨਾ ਟਾਈਮ ਲੈ ਰਹੇ ਹੋ ਦਿਨ ਦੇ ਵਿੱਚ? ਇਹ ਬੇਟਾ ਸਵੇਰੇ ਤੇ ਸ਼ਾਮ ਨੂੰ ਲਈ 2 ਟਾਈਮ। ਠੀਕ ਹੈ। ਸ਼ਾਮ ਨੂੰ ਖਾਣੇ ਤੋਂ ਪਹਿਲਾਂ ਲੈਂਦੇ ਹੋ? ਨਹੀਂ, ਬਾਅਦ। ਖਾਣੇ ਤੋਂ ਬਾਅਦ ਚ ਸੌਣ ਲੱਗਿਆ ਥੋੜੀ ਦੇਰ ਪਹਿਲਾਂ ਜਿਸ ਤਰ੍ਹਾਂ ਟੀਵੀ ਚਾਹ ਵੇਖਦੇ ਰਹੀਦਾ ਉਸ ਤੋਂ। ਠੀਕ ਹੈ। ਤੇ ਤੁਸੀਂ ਪਲੀਜ਼ ਸਾਰਿਆਂ ਨੂੰ ਦੱਸੋ ਕਿ ਇਹਦਾ ਤੁਹਾਨੂੰ ਜਿਹੜਾ ਪ੍ਰੋਪਰ ਆ 1 ਮਹੀਨੇ ਦੇ ਵਿੱਚ ਇਹਨੇ ਤੁਹਾਨੂੰ ਕਿਹੜੀਆਂ ਪ੍ਰੋਬਲਮਸ ਤੋਂ ਜਿਹੜਾ ਛੁਟਕਾਰਾ ਦਿਲਾਇਆ ਹੈਗਾ ਹੁਣ ਤੱਕ? ਇਹ ਬੇਟਾ ਮੈਨੂੰ ਜਿੰਨੀਆਂ ਪ੍ਰੋਬਲਮ ਸੀ ਨਾ, ਮੇਰੇ ਮੋਢੇ ਦੀ ਸੀ ਜੀ। ਜ਼ਿਆਦਾ, ਪੇਟ ਦੀ ਮੈਨੂੰ ਪ੍ਰੋਬਲਮ, ਜੀ। ਖਾਣਾ ਨਹੀਂ ਪਚਦਾ ਜੀ। ਉਸ ਵੇਲੇ ਮੈਨੂੰ ਪਚਣਾ ਤੇ ਕਈ ਵਾਰ ਜਦੋਂ ਮੈਂ ਟਰਾਈ ਕਰਦਾ ਸੀ ਤੇ ਇਹਨੂੰ ਨਹੀਂ ਪਤਾ ਵੀ ਜਿੱਦਾਂ ਮੈਂ ਸਵੇਰੇ ਕਰ ਲੈਣੀ, ਮੈਨੂੰ ਉਸ ਵੇਲੇ ਭੱਜ ਗਿਆ ਨਾ ਜਿੱਦਾਂ ਉਲਟੀ ਵਾਕ ਆਉਂਦਾ ਸੀ ਤੇ ਜੀ। ਇੱਕ ਤੋਂ ਹਟ ਗਈ ਬਿਲਕੁਲ ਨਾ ਉਹ ਪੀਂਦਾ ਹੀ, ਨਾ ਉਹ ਚਲੋ ਹੈ ਹੀ ਨਹੀਂ। ਜੀ। ਤੇ ਬਾਕੀ ਜਿਹੜੀ ਪੇਟ ਦੀ ਨਹੀਂ ਜ਼ਿਆਦਾ, ਮੈਨੂੰ ਜਿਸ ਤਰ੍ਹਾਂ ਮੈਂ ਖਾ ਲੈਣੀ 15 ਮਿੰਟ ਹੀ ਬਾਅਦ ਨਿਕਲਦੇ ਸੀ, ਉਸ ਵੇਲੇ ਮੈਂ ਲੈਟਰ ਕਰ ਦੇਣਾ। ਜੀ। ਤੇ ਲੈਟਰ ਨੂੰ ਟੁੱਟ ਕੇ ਆਉਂਦੀ ਸੀ, ਜਿਸ ਤਰ੍ਹਾਂ ਇੱਕਦਮ ਪ੍ਰੈਸ਼ਰ ਦੀ ਉਹ ਨਹੀਂ ਸੀ ਹੁੰਦੀ, ਥੋੜੀ ਥੋੜੀ ਹੋਈ ਥੋੜੀ ਹੋਈ। ਠੀਕ ਹੈ। ਹੁਣ ਤੁਹਾਨੂੰ ਕੋਈ ਕਬਜ਼ ਜਾਂ ਏਦਾਂ ਦੀ ਹੁਣ ਉਹਦੇ ਵਿੱਚ ਕੁਝ ਨਹੀਂ ਰਹਿ ਗਿਆ, ਬਿਲਕੁਲ ਉਹ ਜਿਸ ਤਰ੍ਹਾਂ ਆਮ ਰੂਟੀਨ ਚ ਆਉਂਦੀ ਉਸੇ ਤਰ੍ਹਾਂ ਸਵੇਰੇ ਆਉਂਦੀ ਹੈ, ਜਿਸ ਤਰ੍ਹਾਂ ਜ਼ਿਆਦਾ ਵਧੀਆ ਉਸਦੇ ਲੈਟ ਸਾਹਿਬ ਨਾਲ ਜਾ ਰਹੇ ਜੀ। ਬਿਲਕੁਲ ਮਤਲਬ ਔਖੇ ਟੋਪੇ ਚ ਕਿਤੇ ਅਸੀਂ ਜਾਣਾ ਵੀ ਆ, ਜੀ। ਇਹ ਆਪਣੀ ਦਵਾਈ ਉਹ ਰੱਖਣੀ ਆ। ਜੀ। ਐਸ ਪਰ ਗਾਈਡੈਂਸ ਤੁਸੀਂ ਹਰ ਚੀਜ਼ ਨੂੰ ਫੋਲੋ ਕਰ ਰਹੇ ਹੋ, ਲੈ ਰਹੇ ਹੋ? ਹਾਂ, ਬਿਲਕੁਲ ਲੈ ਰਹੇ ਹੋ। ਜੋ ਤੁਸੀਂ ਦੱਸਿਆ, ਜੋ ਨਹੀਂ ਦਿੱਤੀ ਦਵਾਈ ਜਿਸ ਤਰ੍ਹਾਂ ਬੈਠ ਸਾਡੀ ਆ ਰਹੀ ਹੈ ਨੈਚਰ ਦੀ, ਉਹ ਚੀਜ਼ ਲੈਣੀ, ਬਾਕੀ ਕਈ ਬਾਹਰੋਂ ਕੁਝ ਨਹੀਂ ਕਰੀ। ਇਹਨਾਂ ਚੀਜ਼ਾਂ ਨੂੰ ਤੁਸੀਂ ਰੈਗੂਲਰ ਅਗਰ ਰੱਖਦੇ ਹੈਗੇ ਹੋ ਤਾਂ ਬਹੁਤ ਜਲਦੀ ਜਿਹੜੇ ਸਾਡੇ ਲੀਵਰ ਨੂੰ ਇੰਨਾ ਡੈਮੇਜ ਕੀਤਾ ਹੈਗਾ ਕਈ ਚੀਜ਼ਾਂ ਨੇ, ਉਹ ਆਪਾਂ ਈਜ਼ੀਲੀ ਜਿਹੜਾ ਆ ਰਿਕਵਰ ਕਰ ਸਕਦੇ ਹਾਂ। ਨਹੀਂ ਹੋ ਸਕਦਾ ਬੇਟਾ, ਮੇਰਾ ਨਾ ਆਪਣੇ ਖਾਸ ਖਾਸ ਸੀ ਹੈ। ਆ ਦੇਖੋ ਕਿੰਨਾ ਤੱਕ ਪੈ ਗਿਆ, ਇਹਦੇ ਤੇ ਪਾਇਆ ਤੱਕ ਜੀ। ਇਹ ਕਾਲੇ ਵਿੱਚ ਸੀ। ਠੀਕ ਹੈ। ਮੈਨੂੰ ਮਹਿਸੂਸ ਹੁੰਦਾ ਪਰ ਮੈਨੂੰ ਦੱਸਦਾ ਨਹੀਂ। ਠੀਕ ਹੈ। ਆ ਮੇਰੇ ਪੇਟ ਤੇ ਜਿਸ ਤਰ੍ਹਾਂ ਮਤਲਬ ਅੱਖਾਂ ਥੋੜੀ ਜਿਹੀ ਕੱਟੀਆਂ ਹੋਈਆਂ, ਮਤਲਬ ਮੈਨੂੰ ਆਲ ਨੂੰ ਹੁੰਦਾ ਹੈ ਵੀ ਮਹਿਸੂਸ ਵੀ ਵੱਜ ਜਾਏ ਲੀਵਰ ਗਿਆ। ਠੀਕ ਹੈ। ਉਸ ਤੋਂ ਬਾਅਦ ਫਿਰ ਜਦੋਂ ਮੈਂ ਤੁਹਾਡੇ ਵਾਲੇ ਕੋਲ ਖਾਦੇ ਜਿਸ ਤਰ੍ਹਾਂ ਵੀ ਤੁਸੀਂ ਦੱਸਿਆ ਹੀ ਆ, ਉਹਦੇ ਨਾਲ ਅੱਜ ਹੋਰ, ਕੱਲ ਹੋਰ, 5 ਦਿਨ ਹੋਰ, 10 ਨੂੰ ਹੋਰ। ਠੀਕ ਹੈ। ਤੇ ਉਹ ਚੀਜ਼ ਜਿਹੜੀ ਵਿੱਚੋਂ ਇਹ ਮਤਲਬ ਹੱਥਾਂ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਇਹ ਕਿੱਦਾਂ ਕਾਲੇ ਕਿੱਦਾਂ? ਇਹ ਮਤਲਬ ਨਾ ਡਰਿੰਕ ਨਾ ਹੁੰਦਾ ਜਿਸ ਤਰ੍ਹਾਂ ਇੱਕ ਪ੍ਰੋਬਲਮ ਸੀ ਪੇਟ ਦੀ, ਠੀਕ। ਲੀਵਰ ਦੀ, ਜੀ। ਕਿਤੇ ਨਾ ਕਿਤੇ ਤੇ ਅਸਰ ਪੈਂਦਾ ਹੀ ਆ। ਬਿਲਕੁਲ ਬਿਲਕੁਲ। ਇੱਕ ਮੇਰੀ ਅੱਖ ਤੇ ਪੈਂਦਾ ਸੀ, ਅੱਖਾਂ ਲਾਲ ਹੁੰਦੀਆਂ ਸੀ। ਠੀਕ ਹੈ। ਤੇ ਮੇਰੀ ਸਿਸਟਰ ਵੀ ਇੱਥੇ ਆਈ ਤੇ ਮੈਨੂੰ ਆਂਦੀ ਵੀ ਬਣਦਾ ਹੈ ਤੈਨੂੰ, ਮਤਲਬ ਤੇਰੇ ਮੂੰਹ ਤੇ ਆ ਥੋੜੀ ਖਾਲ ਆਈ, ਕੀ ਗੱਲ ਮਾਂ ਨਹੀਂ ਪਹਿਲਾਂ ਉਤਾਂ ਹੀ ਕੋਈ ਗੱਲ ਨਹੀਂ, ਇੰਨੀ ਕਿਤੇ ਹੁੰਦੀ ਹੈ। ਤੇ ਆ ਥਾਲੀ ਉਹਦੀ ਵੇਖੀ ਨਹੀਂ, ਮਤਲਬ ਆ ਹੱਥ ਤੋਂ ਠੀਕ ਹੋ ਗਿਆ ਨਾ, ਜਿਸ ਤਰ੍ਹਾਂ ਚੀਜ਼ ਮੇਰੇ ਐਨੇ ਜਿਹੜੇ ਨੇ ਖਾਲ ਜੀ ਆ ਗਈ। ਤੇ ਜਲਦੀ ਮੇਰਾ ਦਵਾਈ ਲਈ ਛੱਡਿਆ ਸਾਰਾ ਕੁਝ, ਤੇ ਵੀ ਠੀਕ ਹੋ ਗਿਆ, ਰਹੀ ਗਿਆ ਦੇਖੋ ਇੱਕਦਮ ਨਾਲ ਹੀ ਹੱਥ ਦਾ ਤੁਸੀਂ ਥੋੜਾ ਕਲੋਜ਼ ਤੋਂ ਲੈ ਕੇ ਹਾਂ, ਮਤਲਬ ਨਾਲ ਹੀ ਰਹੀ ਗਿਆ। ਦੇਖੋ ਉਹ ਥੋੜਾ ਜਿਹਾ ਇੱਕ ਖਾਰਾ ਸੀਗਾ, ਆ ਵੇਖੋ ਹੁਣ ਇਹ ਨਾ ਮਤਲਬ ਨਹੀਂ ਨਾ ਮੂੰਹ ਹੀ ਹੋ ਗਿਆ। ਹਾਂ, ਮਤਲਬ ਸਾਡਾ ਜਿਹੜਾ ਪ੍ਰੋਪਰ ਸੇਮ ਹੀ ਹੋ ਗਿਆ ਤਾਂ ਸੇਮ ਹੀ ਹੋ ਗਿਆ। ਹੈਗਾ। ਹਾਂ, ਇਸ ਚੀਜ਼ ਤੋਂ ਇੱਥੇ ਫਰਕ ਸੀਗਾ ਜ਼ਿਆਦਾ ਦੋਨਾਂ ਚ। ਠੀਕ ਹੈ। ਤੇ ਮਤਲਬ ਬਹੁਤ ਗੂੜਾ ਰੰਗ ਕਾਲਾ ਕਹਿ ਲਓ ਕਾਲਾ ਹੋ ਗਿਆ ਜਾਂਦੀ ਸੀ। ਹੈ। ਠੀਕ ਹੈ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਹਰਬੰਸ ਸਿੰਘ ਜੀ ਨੇ ਆਪਣੀ ਜਿਹੜਾ ਐਕਸਪੀਰੀਅੰਸ ਹੈਗਾ ਸਾਡੇ ਨਾਲ ਸ਼ੇਅਰ ਕੀਤਾ ਹੈ ਕਿ ਲੀਵਰ ਤੇ ਇਫੈਕਟ ਹੋਣ ਦੇ ਨਾਲ ਉਹਨਾਂ ਨੂੰ ਇੱਕ ਅੱਖਾਂ ਦੀ ਪ੍ਰੋਬਲਮ ਆਈ ਹੈਗੀ ਆ, ਤੇ ਨਾਲ ਉਹਨਾਂ ਦਾ ਜਿਹੜਾ ਹੱਥ ਤੇ ਬਾਂਹ ਦਾ ਜਿਹੜਾ ਰੰਗ ਸੀਗਾ ਉਹ ਬਿਲਕੁਲ ਹੀ ਡਿਫਰੈਂਟ ਹੋ ਗਿਆ ਸੀਗਾ, ਕਿਉਂਕਿ ਲੀਵਰ ਇੱਕ ਅਜਿਹੇ ਜਿਹਾ ਸਾਡਾ ਆਰਗਨ ਹੈਗਾ ਆ ਜਿਹੜਾ ਕਿ ਸਾਡੀ ਪੂਰੀ ਬੋਡੀ ਨੂੰ ਡੈਮੇਜ ਕਰਨ ਦੇ ਵਿੱਚ ਸક્ષਮ ਹੈਗਾ ਆ। ਤੇ ਹੁਣ ਇਹਨਾਂ ਨੇ ਜਿਹੜੀਆਂ ਆਹ ਲਈਆਂ ਹੈਗੀਆਂ ਐਨਕਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹ ਹੈਗਾ ਹਰਬਲ ਕੇਅਰ ਯੂ ਐਡਵਾਂਸ ਔਰ ਹਰਬਲ ਕੇਅਰ। ਇਹ ਦੋਨਾਂ ਦਾ ਕੰਬੀਨੇਸ਼ਨ ਲੈਂਦੇ ਨੇ ਇਹਨਾਂ ਨੂੰ 1 ਮੰਥ ਤੋਂ ਜ਼ਿਆਦਾ ਹੋ ਗਿਆ ਆ, ਔਰ ਇਸ ਟਾਈਮ ਜਿਹੜੀ ਇਹਨਾਂ ਦੀ ਕੰਡੀਸ਼ਨ ਹੈਗੀ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਹੈ। ਇਸ ਟਾਈਮ ਇਹਨਾਂ ਦਾ ਹਾਈ ਬੀਪੀ, ਸਿਰ ਦਰਦ, ਵਜ਼ਨ ਔਰ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਇਹਨਾਂ ਦੀ ਲੀਵਰ ਡੈਮੇਜ ਦੀ ਆ ਉਹ ਜਿਹੜੀ ਰਿਕਵਰ ਹੋਣੀ ਸ਼ੁਰੂ ਹੋ ਗਈ ਆ। ਹਾਈ ਬੀਪੀ ਔਰ ਜਿਹੜਾ ਇਹਨਾਂ ਦਾ ਸਿਰ ਦਰਦ ਦੀ ਪ੍ਰੋਬਲਮ ਆ ਉਹ ਟੋਟਲੀ ਜਿਹੜੀ ਆ ਰਿਕਵਰ ਹੋ ਚੁੱਕੀ ਆ। ਹੁਣ ਇਹਨਾਂ ਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆ। ਲੀਵਰ ਜਿਹੜਾ ਆ ਉਹ ਆਪਾਂ ਇਹਨਾਂ ਦਾ ਜਿਹੜਾ ਹੌਲੀ ਹੌਲੀ ਰਿਕਵਰ ਹੋਊਗਾ, ਕਿਉਂਕਿ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਜ 'ਤੇ ਸੀ, ਬਟ ਰਾਈਟ ਨਾਓ ਇਹਨਾਂ ਦਾ ਜਿਹੜਾ ਹੁਣ
ਡੇਲੀ ਰੂਟੀਨ ਹੈਗੀ ਆ ਇਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਅਪਣਾਈ ਹੈਗੀ ਆ। ਇਹਨਾਂ ਅਰਕਾਂ ਨੂੰ ਇਹਨਾਂ ਨੇ ਰੈਗੂਲਰ ਲਿਆ ਹੈਗਾ, ਉਹਨਾਂ ਦੇ ਰਿਜ਼ਲਟਸ ਇਹ ਤੁਹਾਨੂੰ ਖੁਦ ਆਪਣੀ ਜ਼ੁਬਾਨ ਤੋਂ ਦੱਸ ਚੁੱਕੇ ਹੈਗੇ ਆ। ਤੇ ਇਸ ਟਾਈਮ ਜਿਹੜਾ ਇਹਨਾਂ ਨੂੰ ਇਹਨਾਂ ਦਾ ਫੂਡ ਹੈਗਾ ਪ੍ਰੋਪਰ ਪਚ ਰਿਹਾ।